Dear students, welcome. This is a model test paper. ਇਹ ਮੋਡਲ ਟੈਸਟ ਪੇਪਰ ਹੈ ਤੇ ਅਸੀਂ ਫਸਟ ਟਰਮ ਦੇ ਐਗਜ਼ਾਮ ਲਈ ਪ੍ਰੈਕਟਿਸ ਕਰ ਰਹੇ ਹਾਂ, ਰਿਵੀਜ਼ਨ ਪ੍ਰੈਕਟਿਸ ਰਾਜਨੀਤੀ ਸ਼ਾਸਤਰ ਕਲਾਸ 12ਵੀਂ ਲਈ। ਸਮਾਂ ਹੈ 1 ਘੰਟਾ ਤੇ ਕੁੱਲ ਅੰਕ ਹੈ 40। ਪ੍ਰਸ਼ਨ ਪੱਤਰ ਸੰਬੰਧੀ ਕੁਝ ਨੋਟਸ, ਕੁਝ ਹਿਦਾਇਤਾਂ। ਪ੍ਰਸ਼ਨ ਪੱਤਰ ਵਿੱਚ 40 ਬਹੁ ਵਿਕਲਪੀ ਪ੍ਰਸ਼ਨ ਹਨ ਅਤੇ ਸਭ ਦੇ ਅੰਕ ਬਰਾਬਰ ਹਨ। ਪ੍ਰਸ਼ਨ ਪੱਤਰ ਵਿੱਚ ਪਾਠਕ੍ਰਮ ਦੇ ਹਰ ਪਾਠ ਵਿੱਚ 10 ਪ੍ਰਸ਼ਨ ਪੁੱਛੇ ਗਏ ਹਨ ਤੇ ਪ੍ਰੀਖਿਆਰਥੀ ਸਭ ਤੋਂ ਪਹਿਲਾਂ ਸਾਰੀਆਂ ਹਿਦਾਇਤਾਂ ਧਿਆਨ ਨਾਲ ਪੜ੍ਹ ਲੈਣ, ਉਸ ਤੋਂ ਬਾਅਦ ਹੀ ਸੋਲਵ ਕਰਨ। ਚਲੋ ਮਾਡਲ ਪ੍ਰਸ਼ਨ ਪੱਤਰ ਸ਼ੁਰੂਆਤ ਕਰਦੇ ਹਾਂ। ਪਹਿਲਾ ਪ੍ਰਸ਼ਨ ਹੈ, ਸਥਾਨਕ ਪੇਂਡੂ ਪੱਧਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਜ਼ਿੰਮੇਵਾਰੀ ਕਿਸ ਦੀ ਹੈ? ਗ੍ਰਾਮ ਪੰਚਾਇਤ ਦੀ, ਬਲਾਕ ਸਮਿਤੀ ਦੀ, ਜ਼ਿਲ੍ਹਾ ਪਰਿਸ਼ਦ ਦੀ, ਉਪਰੋਕਤ ਸਭ ਦੀ। ਆਪਾਂ ਨੂੰ ਪਤਾ ਹੈ ਕਿ ਜਿਹੜੀਆਂ ਸਥਾਨਕ ਪੇਂਡੂ ਪੱਧਰ ਦੀ ਸਮੱਸਿਆਵਾਂ ਨੂੰ, ਉਹਦੇ ਲਈ ਇਹ 3 ਟੀਅਰ ਸਿਸਟਮ ਹੈ, 3 ਪੱਧਰੀ ਸੰਸਥਾ ਹੈ। ਗ੍ਰਾਮ ਪੰਚਾਇਤ ਸਭ ਤੋਂ ਹੇਠਲੇ ਲੈਵਲ 'ਤੇ, ਗ੍ਰਾਮ ਸਭਾ ਅਤੇ ਗ੍ਰਾਮ ਪੰਚਾਇਤ, ਬਲਾਕ ਸਮਿਤੀ ਬਲਾਕ ਲੈਵਲ 'ਤੇ ਔਰ ਜ਼ਿਲ੍ਹਾ ਪਰਿਸ਼ਦ ਜ਼ਿਲ੍ਹਾ ਲੈਵਲ 'ਤੇ। ਸੋ ਇਹ ਤਿੰਨੇ ਸੰਸਥਾਵਾਂ ਬੇਸਿਕਲੀ ਪੇਂਡੂ ਪੱਧਰ 'ਤੇ ਕੰਮ ਕਰਦੀ ਹੈ, ਪੇਂਡੂ ਪੱਧਰ ਦੀਆਂ ਸੰਸਥਾਵਾਂ ਹਨ ਅਤੇ ਇਸ ਤਰੀਕੇ ਨਾਲ ਉਪਰੋਕਤ ਸਾਰੇ ਇਹਦਾ ਆਨਸਰ ਆ ਜਾਏਗਾ। ਅਗਲੇ ਪ੍ਰਸ਼ਨ 'ਤੇ ਚਲਦੇ ਹਾਂ ਬੱਚੋ। ਪੰਚਾਇਤ ਸਮਿਤੀ, ਬਲਾਕ ਸਮਿਤੀ ਜਾਂ ਬਲਾਕ ਸਮਿਤੀ ਵੀ ਜਿਹਨੂੰ ਕਿਹਾ ਜਾਂਦਾ ਹੈ, ਅਤੇ ਕਾਰਜਕਾਰੀ ਅਧਿਕਾਰੀ ਦਾ ਨਾਮ ਲਿਖੋ। ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ, ਜਾਂ ਬਲਾਕ ਸੰਮਤੀ ਚੇਅਰਮੈਨ, ਜਾਂ ਡਿਪਟੀ ਕਮਿਸ਼ਨਰ, ਜਾਂ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ। ਅਤੇ ਬਲਾਕ ਦਾ ਜਿਹੜਾ ਹੁੰਦਾ ਇਹ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਹੁੰਦਾ ਹੈ। ਐਡੀਸ਼ਨਲ ਡਿਪਟੀ ਕਮਿਸ਼ਨਰ ਇਹ ਜ਼ਿਲ੍ਹਾ ਪਰਿਸ਼ਦ ਦਾ ਚਾਰਜ ਇਹਨਾਂ ਕੋਲ ਹੁੰਦਾ ਹੈ। ਉੱਦਾਂ ਬਲਾਕ ਸਮਿਤੀ ਲਈ ਚੇਅਰਮੈਨ ਤੇ ਜਿਹੜਾ ਹੁੰਦਾ, ਪਰ ਕਾਰਜਕਾਰੀ ਅਧਿਕਾਰੀ ਜਿਹੜਾ ਹੋਏਗਾ ਉਹ ਹੋਏਗਾ ਇਹ ਬਲਾਕ ਅਫਸਰ। ਅੱਗੇ ਹੈ ਪ੍ਰਸ਼ਨ ਨੰਬਰ 3, ਪੰਚਾਇਤੀ ਰਾਜ ਢਾਂਚਾ ਭਾਰਤ ਵਿੱਚ ਬਹੁਤਾ ਕਾਮਯਾਬ ਨਹੀਂ ਹੋ ਸਕਿਆ, ਤੁਹਾਨੂੰ ਕਿਹੜਾ ਕਾਰਨ ਨਜ਼ਰ ਆਉਂਦਾ ਹੈ? ਗਰੀਬੀ, ਗੁੱਟਬੰਦੀ, ਧਨ ਦੀ ਘਾਟ। ਉਪਰੋਕਤ ਸਾਰੇ ਹੀ ਇਸ ਦੇ ਵਿੱਚ ਆ ਜਾਣਗੇ। ਨੈਕਸਟ ਕੁਐਸਚਨ ਹੈ ਚੌਥਾ, ਪੰਚਾਇਤੀ ਰਾਜ ਦੀ ਸਥਾਪਨਾ ਲਈ ਸੰਵਿਧਾਨ ਵਿੱਚ ਕਿਹੜਾ ਨਵਾਂ ਭਾਗ ਅਤੇ ਅਨੁਸੂਚੀ ਦਰਜ ਕੀਤੀ ਗਈ ਹੈ? ਅਤੇ ਭਾਗ ਅਤੇ ਅਨੁਸੂਚੀ ਹੈ ਇਹ ਹੈ ਜੀ ਤੁਹਾਡਾ ਭਾਗ 9 ਅਨੁਸੂਚੀ 11। ਅਤੇ ਅੱਗੇ ਚੱਲਦੇ ਹਾਂ। ਅਗਲਾ ਪ੍ਰਸ਼ਨ ਹੈ, ਗ੍ਰਾਮ ਪੰਚਾਇਤ ਦੀ ਚੋਣ ਵਿੱਚ ਸਾਰਾ ਪਿੰਡ ਭਾਗ ਨਹੀਂ ਲੈਂਦਾ ਹੈ। ਗ੍ਰਾਮ ਪੰਚਾਇਤ ਦੀ ਚੋਣ ਵਿੱਚ ਸਾਰਾ ਭਾਗ ਨਹੀਂ ਲੈਂਦਾ, ਕੇਵਲ ਪਿੰਡ ਦੇ ਸਮੂਹ ਮਤਦਾਤਾ ਭਾਗ ਲੈਂਦੇ ਹਨ ਗ੍ਰਾਮ ਪੰਚਾਇਤ। ਅਤੇ ਗ੍ਰਾਮ ਪੰਚਾਇਤ ਦੀ ਚੋਣ ਵਿੱਚ ਸਾਰਾ ਪਿੰਡ ਭਾਗ ਲੈਂਦਾ ਹੈ। 2 ਸਟੇਟਮੈਂਟ ਹੈ, ਪਹਿਲਾ ਕਥਨ ਸਹੀ ਹੈ, ਦੂਜਾ ਕਥਨ ਸਹੀ ਹੈ, ਅਤੇ ਇਹ ਪਹਿਲਾ ਕਥਨ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ, ਇਹ ਦੋਨੋਂ ਕਥਨ ਸਹੀ ਹਨ? ਨਹੀਂ, ਦੋਨੋਂ ਨਹੀਂ ਸਹੀ ਹਨ। ਦੋਨੋਂ ਕਥਨ ਗਲਤ ਹਨ, ਇਹ ਵੀ ਗਲਤ ਹੈ। ਕੀਪ ਇਨ ਮਾਈਂਡ। ਨੈਕਸਟ ਕੁਐਸਚਨ ਇਜ਼, ਨਗਰ ਪੰਚਾਇਤ ਬਹੁਤ ਛੋਟੇ ਨਗਰ ਭਾਵ ਪਰਿਵਰਤਨੀ ਖੇਤਰ ਦਾ ਪ੍ਰਬੰਧ ਚਲਾਉਂਦੀ ਹੈ। ਨਗਰ ਪੰਚਾਇਤ ਪਿੰਡ ਪੱਧਰ ਚਲਾਉਂਦੀ ਹੈ, ਇਹ ਗਲਤ ਹੈ ਸਟੇਟਮੈਂਟ। ਇਹ ਸਟੇਟਮੈਂਟ ਸਹੀ ਹੈ। ਹੁਣ ਦੇਖਦੇ ਹਾਂ, ਪਹਿਲਾ ਕਥਨ ਸਹੀ ਹੈ ਅਤੇ ਇਹਦਾ ਆਨਸਰ ਹੈ। ਦੂਜਾ ਕਥਨ ਸਹੀ ਹੈ, ਗਲਤ ਹੈ। ਦੋਨੋਂ ਕਥਨ ਸਹੀ ਹਨ? ਨਹੀਂ। ਅਤੇ ਦੋਨੋਂ ਕਥਨ ਗਲਤ ਹਨ? ਨਹੀਂ। ਯਾਨੀ ਕਿ ਆਪਣਾ ਆਨਸਰ ਇਹ ਹੈ। ਪ੍ਰਸ਼ਨ ਨੰਬਰ 7, ਹੇਠ ਲਿਖਿਆਂ ਵਿੱਚੋਂ ਕਿਹੜੀ ਆਧੁਨਿਕ ਉਦਾਰਵਾਦ ਦੀ ਵਿਸ਼ੇਸ਼ਤਾ ਨਹੀਂ ਹੈ? ਆਧੁਨਿਕ ਉਦਾਰਵਾਦ, ਕੀਪ ਇਨ ਮਾਈਂਡ, ਉਦਾਰਵਾਦ 3 ਤਰ੍ਹਾਂ ਦੇ ਹੈਗੇ, ਪਰੰਪਰਾਵਾਦੀ ਉਦਾਰਵਾਦ, ਆਧੁਨਿਕ ਉਦਾਰਵਾਦ ਅਤੇ ਨਵ ਉਦਾਰਵਾਦ। ਦੀ ਵਿਸ਼ੇਸ਼ਤਾ ਨਹੀਂ ਹੈ। ਮਾਨਵਵਾਦ ਵਿੱਚ ਵਿਸ਼ਵਾਸ, ਇਹ ਆਧੁਨਿਕ ਉਦਾਰਵਾਦ ਦੀ ਵਿਸ਼ੇਸ਼ਤਾ ਹੈ। ਸੁਤੰਤਰ ਅਤੇ ਖੁੱਲ੍ਹੇ ਵਪਾਰ ਦਾ ਸਮਰਥਨ, ਇਹ ਨਹੀਂ ਹੈ। ਕੁਦਰਤੀ ਅਧਿਕਾਰਾਂ ਦਾ ਖੰਡਨ, ਇਹਨਾਂ ਨੇ ਇਹ ਨਹੀਂ ਕੀਤਾ ਹੈ। ਅਤੇ ਮਨੁੱਖ ਦੀ ਤਰਕਸ਼ੀਲਤਾ ਵਿੱਚ ਵਿਸ਼ਵਾਸ, ਇਹ ਹੈ। ਅਤੇ ਆਧੁਨਿਕ ਉਦਾਰਵਾਦ ਨੇ ਇਸ ਦਾ ਵੀ ਖੰਡਨ ਕੀਤਾ ਹੈ। ਅਤੇ ਇਹਦਾ ਮਤਲਬ 3 ਹੈ, ਯਾਨੀ ਕਿ ਸੁਤੰਤਰ ਅਤੇ ਖੁੱਲ੍ਹੇ ਮੁਕਾਬਲੇ ਦਾ ਸਮਰਥਨ ਨਹੀਂ ਕੀਤਾ ਇਹਨਾਂ ਨੇ ਰਾਜ ਨੂੰ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਰਾਈਟ। ਅੱਗੇ ਹੈ, ਨਵੇਂ ਉਦਾਰਵਾਦ ਰਾਜ ਨੂੰ ਜ਼ਰੂਰੀ ਸੰਸਥਾ ਮੰਨਦੇ ਹਨ।
ਨਵ ਉਦਾਰਵਾਦ ਚਾਹੁੰਦੇ ਹਨ ਕਿ ਰਾਜ ਮਨੁੱਖ ਦੇ ਆਰਥਿਕ ਕੰਮਾਂ ਵਿੱਚ ਜ਼ਰੂਰੀ ਦਖਲ ਦੇਵੇ। देखो पहला स्टेटमेंट है और दूसरा स्टेटमेंट सही नहीं है। नव उदारवाद का मानववाद विच विश्वास ते रखते हैं, ठीक है, स्वतंत्र खुले मुकाबले का समर्थन भी करते हैं, क्योंकि चक्र पूरा करके नव उदारवाद उस जगह ते आ गए जिथे खुला मुकाबला समर्थन का और दा समर्थन करते हैं, खुले व्यापार का समर्थन करते हैं। तो इसका मतलब है कि नवे उदारवाद राज ਨੂੰ ਜ਼ਰੂਰੀ ਸੰਸਥਾ ਮੰਨਦੇ ਹਨ। ਸਹੀ ਹੈ। ਨਵੇਂ ਉਦਾਰਵਾਦ ਚਾਹੁੰਦੇ ਹਨ ਕਿ ਰਾਜ ਮਨੁੱਖ ਦੇ ਆਰਥਿਕ ਕੰਮਾਂ ਵਿੱਚ ਜ਼ਰੂਰੀ ਦਖਲ ਦੇਵੇ। ਇਹ ਵੀ ਨਹੀਂ ਆਪਾਂ ਇਸ ਨੂੰ ਪੂਰੀ ਤਰੀਕੇ ਨਾਲ ਸੱਚ ਮੰਨ ਸਕਦੇ ਤੇ ਬੇਸਿਕਲੀ ਉਹ ਇਸ ਗੱਲ ਦਾ ਸਮਰਥਨ ਕਰਦੇ ਹਨ, ਸੁਤੰਤਰ ਖੁੱਲੇ ਵਪਾਰ ਦਾ ਸਮਰਥਨ। ਇਸ ਤੋਂ ਇਹ ਸਾਬਿਤ ਹੁੰਦਾ ਹੈ। ਪੰਜਾਬ ਦੇ ਕਿਸ ਨਹਿਰ ਵਿੱਚ ਬੰਦਰਗਾਹ ਪੋਰਟ ਟਰਸਟ ਹੈ? ਰੂਪਨਗਰ ਦੇ ਵਿੱਚ ਕਈ ਮੰਨਿਆ ਜਾਂਦਾ ਹੈ, ਰਾਈਟ। ਇਹ ਹੈ ਤੇ ਇਹਦਾ ਆਨਸਰ ਅਸੀਂ ਰੂਪਨਗਰ ਨਾਲ ਹੀ ਸੰਬੰਧਿਤ ਲੈ ਕੇ ਆਵਾਂਗੇ। ਅੱਗੇ ਹੈ ਉਦਾਰਵਾਦ ਦਾ ਸਿੱਧਾ ਸੰਬੰਧ ਸੁਤੰਤਰਤਾ ਨਾਲ ਹੈ। ਇਹ ਕਥਨ ਕਿਸ ਦਾ ਹੈ? ਇਹ ਕਥਨ ਲਾਸਕੀ ਦਾ ਹੈ। ਨੈਕਸਟ ਹੈ ਜਦੋਂ ਅਸੀਂ ਮਨੁੱਖ ਨੂੰ ਸਮਾਜਿਕ, ਆਰਥਿਕ ਤੇ ਰਾਜਨੀਤਿਕ ਅਤੇ ਬੌਧਿਕ ਪੱਖ ਤੋਂ ਸੁਤੰਤਰਤਾ ਦੇਣ ਦੀ ਗੱਲ ਕਰਦੇ ਹਾਂ ਤਾਂ ਅਸੀਂ ਕਿਸ ਵਿਚਾਰ ਵੱਲ ਇਸ਼ਾਰਾ ਕਰਦੇ ਹਾਂ? ਅਸੀਂ ਜਦੋਂ ਅਸੀਂ ਆਰਥਿਕ, ਸਮਾਜਿਕ, ਰਾਜਨੀਤਿਕ ਤੇ ਬੌਧਿਕ ਪੱਖ ਤੋਂ ਸੁਤੰਤਰਤਾ, ਤੇ ਅਸੀਂ ਉਦਾਰਵਾਦ ਦੀ ਗੱਲ ਕਰਦੇ ਹਾਂ। ਉਦਾਰਵਾਦ ਨਿੱਜੀਕਰਨ ਅਤੇ ਵਿਸ਼ਵੀਕਰਨ ਕਿਸ ਉਦਾਰਵਾਦ ਦਾ ਨਾਰਾ ਹੈ? ਇਹ ਨਵ ਉਦਾਰਵਾਦ ਦਾ ਨਾਰਾ ਹੈ। ਹੇਠ ਲਿਖਿਆਂ ਵਿੱਚੋਂ ਕਿਹੜੀ ਨਹਿਰੀ ਸਥਾਨਕ ਸਵੈ ਸ਼ਾਸਨ ਦੀ ਸੰਸਥਾ ਨਹੀਂ ਹੈ? ਕਿਹੜੀ ਨਹਿਰੀ ਨਹੀਂ ਆਏਗਾ ਇੱਥੇ। ਕਿਹੜੀ ਸੰਸਥਾ ਜਿਹੜੀ ਹੈ ਸਥਾਨਕ ਸਵੈ ਸ਼ਾਸਨ ਦੀ ਸੰਸਥਾ ਨਹੀਂ ਹੈ? ਨਗਰ ਨਿਗਮ ਇਹ ਹੈ। ਇੱਥੇ ਸ਼ਹਿਰੀ ਆਉਣਾ ਚਾਹੀਦਾ ਸੀ, ਸ਼ਹਿਰੀ ਸਥਾਨਕ ਸਵੈ। ਨਗਰ ਪਾਲਿਕਾ परिषद ਇਹ ਵੀ ਹੈ, ਨਗਰ ਪੰਚਾਇਤ ਇਹ ਵੀ ਹੈ, यानी कि ग्राम पंचायत। ये नगर ਸਥਾਨਕ ਸਵੈ ਸ਼ਾਸਨ ਦੀ ਸੰਸਥਾ ਨਹੀਂ ਹੈ, ਇਹ ਪੇਂਡੂ ਖੇਤਰ ਦੀ ਸੰਸਥਾ ਹੈ। प्रश्न नंबर 14 ਤੇ ਆਉਂਦੇ ਹਾਂ। ਕਾਰਲ ਮਾਰਕਸ ਨੇ ਨਾ ਸਿਰਫ ਸਾਮਵਾਦ ਦਾ ਸਿਧਾਂਤ ਦਿੱਤਾ, ਸਗੋਂ ਉਸ ਨੂੰ ਲਾਗੂ ਕਰਨ ਦਾ ਤਰੀਕਾ ਵੀ ਦੱਸਿਆ। ਇਸ ਲਈ ਉਸ ਨੂੰ ਸਾਮਵਾਦ ਦਾ ਪਿਤਾਮਾ ਕਿਹਾ ਜਾਂਦਾ ਹੈ। ਵਿਗਿਆਨਿਕ ਸਾਮਵਾਦ ਦਾ ਪਿਤਾਮਾ ਮੰਨਿਆ ਜਾਂਦਾ ਹੈ। ਵਿਗਿਆਨਿਕ ਸਾਮਵਾਦ। ਅੱਗੇ ਚੱਲਦੇ ਹਾਂ। ਹੇਠ ਲਿਖਿਆਂ ਵਿੱਚੋਂ ਕਿਹੜੀ ਕਿਤਾਬ ਮਾਰਕਸ ਦੀ ਲਿਖੀ ਹੋਈ ਹੈ? ਭਾਰਤ ਇੱਕ ਖੋਜ ਨਹੀਂ। ਸੱਚ ਨਾਲ ਮੇਰੇ ਤਜਰਬੇ ਨਹੀਂ। ਭਾਰਤ ਇੱਕ ਖੋਜ ਇਹ ਜਵਾਹਰ ਲਾਲ ਨਹਿਰੂ ਦੀ ਹੈ। ਸੱਚ ਨਾਲ ਤਜਰਬੇ ਮੇਰੇ ਤਜਰਬੇ ਮਹਾਤਮਾ ਗਾਂਧੀ ਜੀ। ਦਾਸ ਕੈਪੀਟਲ ਹੈ ਉਹਨਾਂ ਦੀ। ਅੱਗੇ ਚੱਲਦੇ। ਕਾਰਲ ਮਾਰਕਸ ਸਮਾਜ ਦੇ ਹੱਕ ਵਿੱਚ ਹੈ। ਕਿਸ ਤਰ੍ਹਾਂ ਦੇ ਸਮਾਜ ਦੇ ਹੱਕ ਵਿੱਚ ਹੈ? ਰਾਜ ਰਹਿਤ, ਸ਼੍ਰੇਣੀ ਰਹਿਤ, ਧਰਮ ਰਹਿਤ ਸਮਾਜ ਦੇ ਹੱਕ ਵਿੱਚ, ਯਾਨੀ ਕਿ ਉਪਰੋਕਤ ਸਾਰੇ ਆ ਜਾਣਗੇ ਇੱਥੇ। ਅਗਲਾ ਪ੍ਰਸ਼ਨ ਹੈ ਕਾਰਲ ਮਾਰਕਸ ਦੇ ਅਨੁਸਾਰ ਇਤਿਹਾਸ ਵਿੱਚ ਪਰਿਵਰਤਨ ਅਤੇ ਇਤਿਹਾਸਿਕ ਘਟਨਾਵਾਂ ਦੇ ਕਾਰਨ ਹਨ। ਕੀ ਕਾਰਨ ਹੈ ਇਤਿਹਾਸ ਵਿੱਚ ਪਰਿਵਰਤਨ, ਇਤਿਹਾਸਿਕ ਘਟਨਾਵਾਂ ਦੇ ਕਾਰਨ ਕੀ ਹਨ? ਆਰਥਕ, ਸਮਾਜਿਕ, ਦੇਸ਼ ਭਗਤੀ, ਦੇਸ਼ ਪਿਆਰ, ਉਪਰੋਕਤ ਕੋਈ ਨਹੀਂ। ਆਰਥਕ ਕਾਰਨ ਕਰਕੇ ਸਾਰੇ ਪਰਿਵਰਤਨ ਆਉਂਦੇ ਹਨ। क्वेश्चन नंबर 18 है ਕਾਰਲ ਮਾਰਕਸ ਦੀ ਵਿਚਾਰਧਾਰਾ ਨੂੰ ਚੀਨ ਵਿੱਚ ਕਿਸ ਨੇ ਲਾਗੂ ਕੀਤਾ? ਤੇ ਮਾਓ ਜ਼ੇਤੁੰਗ ਨੇ ਲਾਗੂ ਕੀਤਾ। ਲੈਨਿਨ, ਸਟਾਲਿਨ ਤੇ ਇਹ ਆਪਣੇ ਰੂਸ ਦੇ ਸਨ, ਤੇ ਹਿਟਲਰ ਜਰਮਨੀ ਦਾ, ਤੇ ਮਾਓ ਜ਼ੇਤੁੰਗ ਚੀਨ ਦਾ। ਕੀਪ ਇਨ ਮਾਈਂਡ। ਨੈਕਸਟ ਕੁਐਸਚਨ ਹੈ ਨੰਬਰ 1 ਵੋਟ ਪਾਉਣਾ, ਚੋਣ ਲੜਨਾ ਤੇ ਸਰਕਾਰ ਦੇ ਗਲਤ ਕਾਰਜਾਂ ਦੀ ਆਲੋਚਨਾ ਕਰਨਾ ਜਨ ਸਹਿਭਾਗਤਾ ਕਹਾਉਂਦਾ ਹੈ। ਚਲੋ ਠੀਕ ਹੈ। केवल चोना लड़ना ही जन सहभागिता का होता है, ये गलत है। जन सहभागिता सब आ जाएंगे। पहला कथन सही है, ठीक है, पहला कथन सही है। दूजा कथन सही है नहीं, दोनों कथन सही है नहीं, तो अपना आंसर उड़ाए। बी क्वेश्चन नंबर बी ਜਦੋਂ ਕਾਰਲ ਮਾਰਕਸ ਮੁਨਾਫਾ ਜਾਂ ਵਾਧੂ ਧਨ ਮਜ਼ਦੂਰਾਂ ਨੂੰ ਦੇਣ ਦੀ ਗੱਲ ਕਰਦਾ ਹੈ ਤਾਂ ਉਸ ਦਾ ਇਸ਼ਾਰਾ ਕਿਸ ਸਿਧਾਂਤ ਵੱਲ ਹੈ? ਉਹਦਾ ਇਸ਼ਾਰਾ ਵਾਧੂ ਮੁੱਲ ਦਾ ਸਿਧਾਂਤ ਵੱਲ ਹੈ।
महात्मा गांधी ਦੇ ਵਿਚਾਰਾਂ ਤੇ ਕਿਸ ਦਾ ਪ੍ਰਭਾਵ ਪਿਆ? ਮਾਤਾ ਪੁਤਲੀ ਬਾਈ ਦਾ, ਧਾਰਮਿਕ ਗ੍ਰੰਥਾਂ ਦਾ, ਮਹਾਨ ਵਿਅਕਤੀਆਂ ਦਾ, ਉਪਰੋਕਤ ਸਾਰੇ ਆ ਜਾਣਗੇ ਇਹਦੇ 'ਚ। ਨੈਕਸਟ ਹੈ ਮਹਾਤਮਾ ਗਾਂਧੀ ਡੈਸ਼ ਨੂੰ ਸੱਤਿਆਗ੍ਰਹਿ ਲਈ ਜ਼ਰੂਰੀ ਮੰਨਦੇ ਸਨ? ਅੰਦਰੂਨੀ ਪਵਿੱਤਰਤਾ ਨੂੰ, ਇਹਦਾ ਆਨਸਰ ਇਹ ਹੋਵੇਗਾ। ਰਾਜਨੀਤਿਕ ਸ਼ਬਦ ਡੈਸ਼ ਦਾ ਪ੍ਰਤੀਕ ਹੈ? ਕਾਨੂੰਨੀ ਦਬਾਅ ਸ਼ਕਤੀ ਦਾ ਇਸ ਦਾ ਪ੍ਰਤੀਕ ਹੈ, ਅੰਤਰ ਨਿਰਭਰਤਾ ਦਾ ਪ੍ਰਤੀਕ ਨਹੀਂ ਹੈ। ਕੁਐਸਚਨ ਨੰਬਰ 24, ਮਹਾਤਮਾ ਗਾਂਧੀ ਦੀ ਸਵੈ ਜੀਵਨੀ ਦਾ ਕੀ ਨਾਮ ਹੈ? ਮੇਰੇ ਸੱਚ ਨਾਲ ਤਜਰਬੇ ਜਾਂ ਸੱਚ ਨਾਲ ਮੇਰੇ ਤਜਰਬੇ, ਮਾਈ ਐਕਸਪੈਰੀਮੈਂਟ ਵਿਦ ਟਰੁਥ। ਕੁਐਸਚਨ ਨੰਬਰ 26 ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਗਾਂਧੀ ਜੀ ਦੇ ਆਦਰਸ਼ ਰਾਜ ਦੀ ਨਹੀਂ ਹੈ? ਵਰਣ ਪ੍ਰਣਾਲੀ, ਇਹ ਵਿਸ਼ਵਾਸ ਰੱਖਦੇ ਹਨ। ਅਮਾਨਤੀ ਪ੍ਰਣਾਲੀ 'ਚ ਵਿਸ਼ਵਾਸ ਰੱਖਦੇ ਹਨ। ਸਜ਼ਾ ਨਹੀਂ ਸੁਧਾਰ ਦੇ ਵਿੱਚ ਵਿਸ਼ਵਾਸ ਰੱਖਦੇ ਹਨ। ਵੋਟ ਦਾ ਅਧਿਕਾਰ ਸਿਰਫ ਅਮੀਰਾਂ ਨੂੰ, ਇਹ ਨਹੀਂ ਹੈ। ਇਹਦਾ ਮਤਲਬ ਆਪਣਾ ਉੱਤਰ ਇਹ ਹੈ 100। ਅੱਗੇ ਚੱਲਦੇ ਹਾਂ। ਸ਼ਹਿਰੀ ਸਥਾਨਕ ਸਵੈ ਸ਼ਾਸਨ ਦੀ ਸੰਸਥਾਵਾਂ ਵਿੱਚ ਡੈਸ਼ ਲਈ ਸਥਾਨ ਰਾਖਵੇਂ ਰੱਖੇ ਜਾਂਦੇ ਹਨ? ਡੈਸ਼ ਲਈ ਵਿੱਚ ਕੇਵਲ ਇਸਤਰੀਆਂ ਲਈ, ਕੇਵਲ ਅਨੁਸੂਚਿਤ ਜਾਤੀਆਂ ਲਈ, ਇਸਤਰੀਆਂ, ਅਨੁਸੂਚਿਤ ਜਾਤੀਆਂ, ਪਿਛੜੇ ਸ਼੍ਰੇਣੀਆਂ ਲਈ। ਯਸ, ਇਹ ਆਨਸਰ ਹੀ ਆਪਣਾ ਹੀ ਹੈ। ਗਾਂਧੀ ਜੀ ਚੰਗੇ ਉਦੇਸ਼ ਦੀ ਪ੍ਰਾਪਤੀ ਲਈ ਕੀ ਜ਼ਰੂਰੀ ਮੰਨਦੇ ਸਨ? ਧਨ ਨੂੰ, ਮਿਹਨਤ ਨੂੰ, ਚੰਗੇ ਸਾਧਨਾਂ ਨੂੰ, ਕਿਸਮਤ ਨੂੰ? ਚੰਗੇ ਸਾਧਨਾਂ ਨੂੰ। ਪੰਚਾਇਤ ਸਮਿਤੀ ਪੰਚਾਇਤੀ ਰਾਜ ਦੀ ਕਿਸ ਪੱਧਰ ਦੀ ਸੰਸਥਾ ਹੈ? ਪੰਚਾਇਤ ਸਮਿਤੀ ਉੱਪਰਲੇ ਪੱਧਰ ਦੀ ਜ਼ਿਲ੍ਹਾ ਪਰਿਸ਼ਦ ਹੈ, ਹੇਠਲੇ ਪੱਧਰ ਦੀ ਗ੍ਰਾਮ ਪੰਚਾਇਤ ਹੈ, ਵਿਚਕਾਰਲੇ ਪੱਧਰ ਦੀ ਸੰਸਥਾ ਹੈ। ਕੁਐਸਚਨ ਨੰਬਰ 30 ਤੇ ਆ ਜਾਂਦੇ। ਪਿੰਡ ਵਿੱਚ ਮੱਛੀ ਪਾਲਣ, ਮੁਰਗੀ ਪਾਲਣ ਅਤੇ ਡੇਅਰੀ ਦਾ ਵਿਕਾਸ ਕਿਸ ਦੀ ਜ਼ਿੰਮੇਵਾਰੀ ਹੈ? ਨਗਰ ਪਾਲਿਕਾ ਤੇ ਸ਼ਹਿਰ ਲਈ ਹੈ। ਰਾਜ ਸਰਕਾਰ ਰਾਜ ਦੇਖਦੀ ਹੈ, ਕਿਸੇ ਦਾ ਵੀ ਨਹੀਂ, ਗ੍ਰਾਮ ਪੰਚਾਇਤ ਦੀ ਹੈ। ਇਹ ਆਨਸਰ ਆ ਜਾਏਗਾ ਆਪਣਾ। ਕੁਐਸਚਨ ਨੰਬਰ 31, ਸੰਸਦੀ ਸ਼ਾਸਨ ਪ੍ਰਣਾਲੀ ਨੂੰ ਸਥਿਰ ਅਤੇ ਮਜ਼ਬੂਤ ਢੰਗ ਨਾਲ ਚਲਾਉਣ ਲਈ ਕਿਸ ਤੱਤ ਦੀ ਲੋੜ ਹੁੰਦੀ ਹੈ? ਸੰਸਦੀ ਸ਼ਾਸਨ ਪ੍ਰਣਾਲੀ ਨੂੰ ਸਥਿਰ ਅਤੇ ਮਜ਼ਬੂਤ ਢੰਗ ਨਾਲ ਚਲਾਉਣ ਦੀ ਕਿਸ ਦੀ ਲੋੜ ਪੈਂਦੀ ਹੈ? ਬਹੁਦਲ ਪ੍ਰਣਾਲੀ ਦੀ ਵੀ ਹੋ ਸਕਦੀ ਲੋੜ, ਸੰਪਰਦਾਇਕਤਾ ਦੀ ਲੋੜ ਤਾਂ ਨਹੀਂ ਪਏਗੀ। ਰਾਜਨੀਤਿਕ ਇਕਰੂਪਤਾ ਦੀ ਲੋੜ, ਰਾਜਨੀਤਿਕ ਇਕਰੂਪਤਾ, ਠੀਕ ਹੈ। ਇਹ ਇਸ ਨੂੰ ਲੈ ਕੇ ਚੱਲਾਂਗੇ। ਤੇ ਲੋਕ ਸਭਾ ਦੀ ਸਥਾਈ ਮਿਆਦ, ਸੰਸਦੀ ਸ਼ਾਸਨ ਪ੍ਰਣਾਲੀ ਨੂੰ ਸਥਿਰ ਅਤੇ ਮਜ਼ਬੂਤ ਢੰਗ ਨਾਲ ਚਲਾਉਣ ਲਈ ਕਿਸ ਤੱਤ ਦੀ ਲੋੜ ਪਏਗੀ? ਰਾਜਨੀਤਿਕ ਇਕਰੂਪਤਾ ਦੀ ਲੋੜ ਪੈਂਦੀ ਹੈ। ਸਹੀ ਹੈ ਆਨਸਰ ਹੀ। ਅਕਾਲੀ ਦਲ ਦਾ ਚੋਣ ਨਿਸ਼ਾਨ ਕੀ ਹੈ? ਉੱਤਰ ਹੈ ਤੱਕੜੀ। ਅੱਗੇ ਹੈ ਡੈਸ਼ ਭਾਰਤੀ ਚੋਣ ਆਯੋਗ ਦੇ ਮੁੱਖ ਚੋਣ ਕਮਿਸ਼ਨ ਹਨ? ਸੁਨੀਲ ਚੰਦਰਾ, ਫਿਲਹਾਲ ਸੁਨੀਲ ਚੰਦਰਾ ਹੈ, ਕੋਈ ਬਦਲ ਕੇ ਨਵਾਂ ਆਇਆ ਤਾਂ ਉਹ ਤੁਸੀਂ ਇੱਕ ਵਾਰੀ ਚੈੱਕ ਕਰ ਲੈਣਾ। ਭਾਰਤ ਵਿੱਚ ਹੁਣ ਤੱਕ ਲੋਕ ਸਭਾ ਦੀਆਂ ਕਿੰਨੀਆਂ ਚੋਣਾਂ ਹੋ ਚੁੱਕੀਆਂ ਹਨ? ਉੱਤਰ ਹੈ 17। 2019 'ਚ 17ਵੀਂ ਲੋਕ ਸਭਾ ਇਲੈਕਸ਼ਨ ਹੋਈ ਸੀ। ਕੁਐਸਚਨ ਨੰਬਰ 35 ਹੈ ਜਦੋਂ ਕੋਈ ਰਾਜਨੀਤਿਕ ਪ੍ਰਣਾਲੀ ਨਿਵੇਸ਼ਨ ਨੂੰ ਨਿਕਾਸਾਂ ਵਿੱਚ ਬਦਲਦੀ ਹੈ ਤਾਂ ਕਿਸ ਵਾਤਾਵਰਣ ਦਾ ਪ੍ਰਭਾਵ ਪੈਂਦਾ ਹੈ? ਤਾਂ ਕਿਸ ਵਾਤਾਵਰਣ ਦਾ ਪ੍ਰਭਾਵ ਪੈਂਦਾ ਹੈ? ਦੇਸ਼ ਦੇ ਅੰਦਰੂਨੀ ਵਾਤਾਵਰਣ ਦਾ, ਦੇਸ਼ ਦੇ ਬਾਹਰੀ ਵਾਤਾਵਰਣ ਦਾ, ਦੇਸ਼ ਦੇ ਅੰਦਰੂਨੀ ਅਤੇ ਬਾਹਰੀ ਵਾਤਾਵਰਣ ਦੋਨਾਂ ਦਾ, ਕਿਸੇ ਦਾ ਵੀ ਨਹੀਂ। ਜਦੋਂ ਨਿਵੇਸ਼ਾਂ ਨੂੰ ਨਿਕਾਸਾਂ ਵਿੱਚ ਬਦਲਦੀ ਹੈ ਤਾਂ ਵਾਤਾਵਰਣ ਦਾ ਪ੍ਰਭਾਵ ਪੈਂਦਾ ਹੈ, ਔਰ ਦੇਸ਼ ਦੇ ਅੰਦਰੂਨੀ ਵਾਤਾਵਰਣ ਦਾ ਵੀ ਅਤੇ ਬਾਹਰੀ ਵਾਤਾਵਰਣ ਦਾ, ਯਾਨੀ ਕਿ ਇਹਦਾ ਆਨਸਰ ਆ ਜਾਏਗਾ ਈਡੀ। ਕੁਐਸਚਨ ਨੰਬਰ 36 ਹੈ ਜਦੋਂ ਅਸੀਂ ਕਰਾਂ ਦੀ ਅਦਾਇਗੀ ਸਮੇਂ ਸਿਰ ਕਰ ਰਹੇ ਹਾਂ ਤਾਂ ਅਸੀਂ ਰਾਜਨੀਤਿਕ ਪ੍ਰਣਾਲੀ ਨੂੰ ਕਿਹੜਾ ਸਮਰਥਨ ਦੇ ਰਹੇ ਹਾਂ? ਕਰਾਂ ਦਾ ਮਤਲਬ ਟੈਕਸਾਂ ਦੀ। ਅਸੀਂ ਰਾਜਨੀਤਿਕ ਪ੍ਰਣਾਲੀ ਨੂੰ ਭੌਤਿਕ ਸਮਰਥਨ ਦੇ ਰਹੇ ਹਾਂ। ਰਾਜਨੀਤਿਕ ਪ੍ਰਣਾਲੀ ਦਾ ਮੁੱਖ ਕੰਮ ਕੀ ਹੈ? ਲੋਕਾਂ ਦੀ ਸ਼ਿਕਾਇਤ ਸੁਣਨਾ, ਲੋਕਾਂ ਦੀ ਮੰਗਾਂ ਸੰਬੰਧੀ ਨਿਰਣੇ ਲੈਣਾ, ਲੋਕਾਂ ਨੂੰ ਧਨ ਵੰਡਣਾ, ਭ੍ਰਿਸ਼ਟਾਚਾਰ ਦੂਰ ਕਰਨਾ। ਲੋਕਾਂ ਦੀ ਮੰਗਾਂ ਸੰਬੰਧੀ ਨਿਰਣੇ ਲੈਣਾ, ਇਹ ਮੁੱਖ ਕਾਰਨ। 38 ਨੰਬਰ ਦਾ ਕੁਐਸਚਨ ਹੈ ਦਾਤਰੀ ਅਤੇ ਕਣਕ ਦੀ ਬੱਲੀ ਕਿਸ ਰਾਸ਼ਟਰੀ ਰਾਜਨੀਤਿਕ ਦਲ ਦਾ ਚੋਣ ਨਿਸ਼ਾਨ ਹੈ? ਤੇ ਭਾਰਤੀ ਸਾਮਵਾਦੀ ਦਲ ਦਾ। ਅਗਲਾ ਪ੍ਰਸ਼ਨ ਹੈ ਨਿਰਮਾਣ ਕਾਰਜ ਡੈਸ਼ ਸ਼੍ਰੇਣੀ ਵਿੱਚ ਆਉਂਦਾ ਹੈ? ਨਿਰਮਾਣ ਕਾਰਜ ਡੈਸ਼, ਨਿਵੇਸ਼ ਕਾਰਜ, ਨਿਕਾਸ ਕਾਰਜ, ਅੰਤਰ ਕਿਰਿਆ,
ये निवेश कार्य ਦੇ ਵਿੱਚ ਆਏਗਾ, ਜਿੱਦਾਂ ਕਿ ਕਾਨੂੰਨ ਨਿਰਮਾਣ ਕਰਨਾ ਨਿਵੇਸ਼ ਕਾਰਜ ਵਿੱਚ ਆ ਜਾਏਗਾ। ਔਰ ਲਾਸਟ ਕੁਐਸਚਨ ਹੈ ਇਸ ਦਾ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਸਮਾਜਿਕ ਤੱਤ ਭਾਰਤੀ ਲੋਕਤੰਤਰ ਦਾ ਮਾੜਾ ਅਸਰ ਨਹੀਂ ਪਾਉਂਦਾ? ਸੰਪਰਦਾਇਕਤਾ ਪਾਉਂਦਾ ਹੈ, ਜਾਤੀਵਾਦ ਪਾਉਂਦਾ, ਛੂਆਛਾਤ ਪਾਉਂਦਾ, ਰੀਤੀ ਰਿਵਾਜ ਅਤੇ ਤਿਉਹਾਰ ਨਹੀਂ ਪਾਉਂਦੇ। ਇਹ ਸੀ ਇੱਕ ਮਾਡਲ ਟੈਸਟ ਪੇਪਰ ਬੱਚਿਓ। ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੇਗਾ। ਤੁਸੀਂ ਰਿਵਾਈਜ਼ ਕਰੋ, ਲਿਖ ਕੇ ਦੇਖੋ ਅਤੇ ਪ੍ਰੈਕਟਿਸ ਕਰੋ। ਅਤੇ ਮਿਲਦੇ ਹਾਂ ਫਿਰ ਆਪਾਂ ਅਗਲੇ ਵੀਡੀਓ 'ਚ। ਟਿਲ ਦੈਨ ਟੇਕ ਕੇਅਰ, ਬਾਏ ਬਾਏ।